ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਰਵਿਦਾਸ ਜੀ ਕੀ। ਗੌੜੀ ਵੈਰਾਗਣ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਸ਼ਬਦ ਆਪਾਂ ਦੋ ਭਾਗਾਂ 'ਚ ਲਵਾਂਗੇ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ। ਇਹ ਯੁੱਗਾਂ ਬਾਰੇ ਹੈ, ਜਿੱਥੋਂ ਆਤਮਾ ਟੁੱਟ ਕੇ ਆਉਂਦੀ ਹੈ, ਕਿਵੇਂ ਕਿਵੇਂ ਆਉਂਦੀ ਹੈ ਔਰ ਇਹਦੀ ਕਿਵੇਂ ਵਾਪਸੀ ਹੈ, ਉਹ ਆਪਾਂ ਇਹ ਵਿਚਾਰ ਲੈਣੀ ਹੈ। ਫਿਰ ਉਹਨੂੰ ਆਪਾਂ ਦੋ ਭਾਗਾਂ 'ਚ ਲਵਾਂਗੇ। ਸਤਿਯੁਗ ਸਤ ਤੇਤੈ ਜਗੀ ਦੁਆਪਰ ਪੂਜਾ ਚਾਰ। ਕੀ ਸਮਝਾਉਂਦੇ ਆ ਭਗਤ ਜੀ? ਭਗਤ ਜੀ ਸਮਝਾਉਂਦੇ ਨੇ ਸਤਿਯੁਗ ਦੇ ਵਿੱਚ ਸੱਤ ਹੁੰਦਾ ਹੈ। ਸਤਿਯੁਗ ਕੀ ਹੁੰਦਾ ਵਾ? ਸਤ ਤੋਂ ਭਾਵ ਸੱਚ, ਹਮੇਸ਼ਾ ਹੀ ਸੱਚਖੰਡ ਵਸੇ ਨਿਰੰਕਾਰ। ਬੇਗਮਪੁਰਾ ਸ਼ਹਿਰ ਕਾ ਨਾਉ। ਇਹ ਨਾਂ ਦਿੱਤੇ ਨੇ ਭਗਤ ਗੁਰੂ ਸਾਹਿਬਾਨਾਂ ਨੇ ਉਹ ਸੱਚ ਨੂੰ, ਸੱਚਖੰਡ ਨੂੰ, ਸਤਿਯੁਗ ਨੂੰ। ਪਰ ਇਹ ਸਤਿਯੁਗ ਹਮੇਸ਼ਾ ਰਹਿਣ ਵਾਲੀ ਸ਼ਕਤੀ, ਸਤ ਭਾਵ ਸਤਨਾਮ, ਸਤ ਸੱਤਿਆ ਹਮੇਸ਼ਾ ਹੀ ਰਹਿਣ ਵਾਲਾ, ਨਾਮ ਹੁਕਮ। ਸਤਨਾਮ ਕਦੋਂ ਹੁੰਦਾ ਹੈ? ਜਦੋਂ ਨਾਮ ਨਾਲ ਲੱਗ ਜਾਂਦਾ ਹੈ ਤਾਂ ਸ੍ਰਿਸ਼ਟੀ ਸ਼ੁਰੂ ਹੋ ਜਾਂਦੀ ਹੈ, ਹੁਕਮ ਪ੍ਰਗਟ ਹੋ ਜਾਂਦਾ ਹੈ। ਨਾਮ ਕੀ ਹੈ? ਹੁਕਮ। ਸਾਧ ਸੰਗਤੀ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਹੁਕਮ ਦੀ ਲੋੜ ਪਈ ਨਾ, ਸ੍ਰਿਸ਼ਟੀ ਸਾਜੀ, ਫਿਰ ਪਾਲਣਾ ਸ਼ੁਰੂ ਹੋ ਗਈ। ਕੌਣ ਪਾਲਣਾ ਕਰ ਰਿਹਾ? ਕੁਦਰਤ ਭਾਵ ਹੁਕਮ। ਉਹਦੇ ਬਾਰੇ ਆਪਾਂ ਨੂੰ ਭਗਤ ਜੀ ਸਮਝਾਉਂਦੇ ਨੇ। ਸਤਿਯੁਗ ਤਾਂ ਹਮੇਸ਼ਾ ਹੀ ਰਹਿੰਦਾ, ਪਰ ਸੰਸਾਰੀ ਜੀਵਨ ਨੂੰ, ਸੰਸਾਰੀ ਲੋਕ ਕਹਿ ਲਈਏ ਆਪਾਂ, ਮਾਇਆਧਾਰੀ ਆਪਾਂ, ਉਹਨਾਂ ਨੂੰ ਸਤਿਯੁਗ ਨਹੀਂ ਦਿੰਦਾ। ਸਤਿਯੁਗ ਆਪਾਂ ਨੂੰ ਦੇਖ ਰਿਹਾ, ਉਹੀ ਤਾਂ ਚਲਾ ਰਿਹਾ ਭਾਈ ਸਾਰਾ। ਪਿੱਛੇ ਆਪਾਂ ਪੜ੍ਹਿਆ ਆਬਾ ਦਾਨ ਸਦਾ ਮਸੂਹ। ਉੱਥੇ ਦੀ ਕੀ ਗੱਲ ਹੈ? ਉਹ ਸਾਰੇ ਦਾਨ ਦੇਣ ਵਾਲੇ ਹੀ ਨੇ। ਉਹ ਹੁਕਮ ਸ੍ਰਿਸ਼ਟੀ ਦੀ ਪ੍ਰਤਿਪਾਲਨ ਕਰਨ ਵਾਲਾ ਹੈ। ਉਹ ਦੇਣਹਾਰ ਹੈ। ਉਹ ਦਿੰਦੇ ਹੀ ਨੇ, ਲੈਂਦੇ ਨਹੀਂ। ਉਹਨਾਂ ਨੂੰ ਲੋੜ ਹੀ ਨਹੀਂ ਹੈਗੀ, ਉਹਨਾਂ ਕੋਲ ਬਹੁਤ ਕੁਛ ਹੈ। ਲੋੜ ਸਾਨੂੰ ਹੈ ਸੰਸਾਰੀ ਜੀਵਨ ਨੂੰ। ਲੋੜ ਵੀ ਕਿਉਂ ਪੈਂਦੀ ਹੈ ਆਪਾਂ ਨੂੰ? ਸਰੀਰ ਕਰਕੇ। ਜਦੋਂ ਸਰੀਰ ਤੋਂ ਆਪਾਂ ਮੁਕਤ ਹੋ ਕੇ ਫਿਰ ਵਾਪਸੀ ਹੋ ਜਾਂਦੀ ਹੈ ਆਪਣੀ, ਫਿਰ ਆਪਾਂ ਨੂੰ ਵੀ ਲੋੜ ਨਹੀਂ ਪੈਂਦੀ। ਫਿਰ ਆਪਾਂ ਵੀ ਉਹ ਧੜੇ 'ਚ ਜਾ ਰਲਦੇ ਹਾਂ, ਕੁਦਰਤ ਦੇ ਸੱਚ ਦੇ ਧੜੇ 'ਚ, ਅਤੇ ਸੰਸਾਰੋਂ ਸਾਡਾ ਛੁਟਕਾਰਾ ਹੋ ਜਾਂਦਾ। ਉਹੀ ਤਾਂ ਆਪਾਂ ਕਰਨ ਆਏ ਹਾਂ ਹੁਣ। ਸਤਿਯੁਗ ਜੇ ਆਪਾਂ ਨੂੰ ਸਮਝ ਆਊ ਕੀ ਹੁੰਦਾ, ਫਿਰ ਹੀ ਆਪਾਂ ਇਹਦੀ ਪ੍ਰਾਪਤੀ ਕਰਾਂਗੇ। ਸਮਝ ਆਪਾਂ ਨੂੰ ਤਾਂ ਆਊਗੀ ਜੇ ਭਾਈ ਇਹਨੂੰ ਸੁਣੋਗੇ, ਵਿਚਾਰੋਗੇ, ਇਹ ਵਿਚਾਰਧਾਰਾ ਨਾਲ ਜੁੜੋਗੇ। ਸਤਿਯੁਗ ਦੇ ਵਿੱਚ ਸੱਤ ਹੁੰਦਾ, ਜੋਤ ਹੁੰਦੀ ਹੈ, ਸਰੀਰ ਨਹੀਂ ਹੁੰਦਾ। ਤੇਤੇ ਜਗੀ ਤ੍ਰੇਤਾ ਆ ਗਿਆ। ਤ੍ਰੇਤੇ 'ਚ ਕਹਿੰਦੇ ਰਾਮ ਆ ਗਿਆ। ਉਹ ਅਵਸਥਾ ਦੇ ਨਾਂ ਨੇ ਭਾਈ। ਆਤਮਾ ਦੇ ਮੂਲ ਨੂੰ ਟੁੱਟ ਜਾਂਦੀ ਹੈ, ਹੁਕਮ ਨਾਲ ਟੁੱਟ ਜਾਂਦੀ ਹੈ, ਤ੍ਰੇਤਾ ਆ ਜਾਂਦਾ। ਤ੍ਰੇਤੇ ਜੋਤ ਹੁੰਦੀ ਹੈ ਦੇਵਲੋਕ। ਉੱਥੇ ਵੀ ਝੂਠ ਬੋਲਿਆ ਗਿਆ ਵੀ 33 ਕਰੋੜ ਦੇਵਤੇ ਨੇ। ਕੌਣ ਗਿਆ ਉੱਥੇ ਗਿਣਨ? ਸਰੀਰ ਕਰਕੇ ਤਾਂ ਕੋਈ ਜਾ ਹੀ ਨਹੀਂ ਸਕਦਾ ਉੱਥੇ। ਪਰ ਚੱਲਦਾ ਹੈ। ਸੰਸਾਰੀ ਧਰਮ ਨੇ, ਮਾਨਵ ਸੋਚਾਂ ਨੇ ਝੂਠ 'ਤੇ ਖੜੀਆਂ ਨੇ। ਇਹ ਸਾਰਾ ਕੁਛ ਕਾਹਤੇ ਖੜਾ? ਸੱਚ 'ਤੇ। ਸਤਿਯੁਗ ਸੱਤ 'ਤੇ ਖੜਾ ਹੈ, ਸੱਚਖੰਡ 'ਤੇ ਖੜਾ ਹੈ, ਕੁਦਰਤ ਦੇ ਆਸਰੇ ਖੜਾ ਹੈ। ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ ਸਾਹਿਬ ਏਕ। ਸਾਹਿਬ ਕਰਕੇ ਖੜਾ ਹੈ ਭਾਈ। ਤ੍ਰੇਤਾ ਆ ਗਿਆ, ਫਿਰ ਹੁਕਮ ਹੁੰਦਾ ਉੱਥੋਂ, ਫਿਰ ਸਾਨੂੰ ਸਰੀਰ ਮਿਲਦਾ। ਦੁਆਪਰ ਪੂਜਾ ਚਾਰ। ਦੁਆਪਰ, ਦੁਆਪੁਰ, ਗਰਭ, ਮਾਤਲੋਕ 'ਚ ਆ ਜਾਂਦੇ ਹਾਂ ਅਸੀਂ ਹੁਕਮ ਨਾਲ। ਪਰ ਅਸੀਂ ਤਾਂ ਫਿਰ ਵੀ ਕਹਿੰਦੇ ਸਾਨੂੰ ਪੁੱਤ ਉੱਥੋਂ ਮਿਲਿਆ, ਧੀ ਉੱਥੋਂ ਮਿਲੀ। ਭਰਮ। ਗੁਰਬਾਣੀ ਤਾਂ ਕਹਿੰਦੀ ਹੁਕਮ ਜਨਮ ਹੁੰਦਾ ਹੈ, ਹੁਕਮ 'ਚ ਇਹਦੀ ਸਮਾਪਤੀ ਹੁੰਦੀ ਹੈ। ਪਰ ਸਾਨੂੰ ਹੁਕਮ ਦੀ ਸਮਝ ਹੀ ਨਹੀਂ ਹੈਗੀ, ਨਾਮ ਦੀ। ਦੁਆਪਰ ਪੂਜਾ ਚਾਰ। ਦੁਆਪਰ ਦੇ ਵਿੱਚ ਸਰੀਰ ਬਣਾ ਰਿਹਾ ਵਾ, ਉਹ ਵੀ ਹੁਕਮ ਨਾਲ। ਜਦੋਂ ਹੁਕਮ ਨਾਲ ਟੁੱਟਦੇ ਹਾਂ ਅਸੀਂ, ਬੱਚਾ ਜਨਮ ਲੈਂਦਾ ਤਈਓ ਰੋਂਦਾ ਵਾ ਨਾ, ਹੁਕਮ ਨਾਲ ਟੁੱਟ ਜਾਂਦੇ ਹਾਂ। ਫਿਰ ਆ ਜਾਂਦੇ ਹਾਂ ਕਲਯੁਗ ਦੇ ਵਿੱਚ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਟੁੱਟ ਜਾਂਦੀ ਹੈ ਹੁਕਮ ਨਾਲੋਂ। ਜੀਵ ਚੇਤਨਾ ਕਹਿ ਲਈਏ, ਜੜਨਾ ਸਰੀਰ ਬਣਾ ਕੇ ਬਾਹਰ ਆ ਜਾਂਦੀ ਹੈ। ਸੰਸਾਰੀ ਰਿਸ਼ਤੇ ਸਾਡੇ ਸ਼ੁਰੂ ਹੋ ਜਾਂਦੇ। ਅੱਖਾਂ ਖੁੱਲ੍ਹਣ ਨਾਲ, ਕੰਨ ਸੁਣਨ ਨਾਲ ਮਾਇਆ ਆਪਦਾ ਖੇਲ ਵਰਤਾ ਦਿੰਦੀ ਹੈ। ਹੁਣ ਇਹ ਮਾਇਆ 'ਚੋਂ ਕਿਵੇਂ ਪਾਰ ਨਿਕਲਾਂਗੇ ਆਪਾਂ? ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ।
ਗੁਰ ਸ਼ਬਦ ਦੇ ਗਿਆਨ ਨਾਲ ਅਸੀਂ ਫਿਰ ਮਾਇਆ ਪਾਰ ਕਰਨੀ। ਜਿਵੇਂ ਆਏ ਆ ਵਾਪਸੀ ਉਵੇਂ ਹੀ ਜਾਣਾ ਵਾ, ਪਰ ਸਾਨੂੰ ਆਇਆਂ ਦਾ ਗਿਆਨ ਹੀ ਨਹੀਂ, ਫਿਰ ਜਾਣ ਦਾ ਕਿਵੇਂ ਗਿਆਨ ਹੋਊਗਾ। ਇਹੀ ਤਾਂ ਆਪਾਂ ਲੈਣਾ ਭਾਈ। ਹੁਣ ਆਇਆ ਦੂਰੋਂ ਚੱਲ ਕੇ ਟੱਕੀ ਤੋਂ ਸਰਣ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀ। ਆਸਾ ਕਿੱਥੇ ਰੱਖਣੀ ਆ? ਅੰਤਰਾਤਮਾ ਦੀ ਆਵਾਜ਼, ਅੰਤਰ ਧਿਆਨ ਰੱਖਣਾ, ਬਾਹਰ ਨਹੀਂ ਦੇਖਣਾ। ਧਰਮ ਦਾ ਵਿਸ਼ਾ ਹੀ ਅਧਰੀਬ ਦੁਨੀਆ ਦਾ ਵਾ, ਸੱਚ ਦਾ। ਤੀਨੋਂ ਯੁਗ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ, ਤਿੰਨਾਂ ਦੀ ਸਮਝ ਦ੍ਰਿੜ ਕੀਤੀ। ਭਗਤ ਜੀ ਕਹਿੰਦੇ ਜੋ ਵੀ ਇਹਨੂੰ ਸਮਝੂਗਾ ਵਿਚਾਰੂਗਾ, ਫਿਰ ਨਾਮ ਦਾ ਆਧਾਰ, ਹੁਕਮ ਦਾ ਆਸਰਾ, ਇਹ ਆਪਾਂ ਇੱਥੇ ਆ ਕੇ ਲੈਣਾ। ਪਾਰ ਕੈਸੇ ਪਾਇਬੋ ਰੇ ਮੋਸੋਂ ਕਹੂ ਨਾ ਕਹਿ ਸਮਝਾਏ। ਭਗਤ ਜੀ ਸਮਝਾਉਂਦੇ ਅਨੇਕਾਂ ਮੱਤਾਂ ਨੇ ਉਦੋਂ ਵੀ, ਐਸੀਆਂ ਗੱਲਾਂ ਤਾਂ ਬਹੁਤ ਕਰਦੇ ਨੇ, ਐਂ ਕਰੇ ਤੇ ਆਹ ਹੋ ਜੂ, ਆਹ ਕਰੇ ਤੇ ਉਹ ਹੋ ਜੂ, ਪਰ ਐਂ ਨਹੀਂ ਕੋਈ ਦੱਸਦਾ ਵੀ ਇੱਥੋਂ ਪਾਰ ਕਿਵੇਂ ਨਿਕਲਾਂਗੇ, ਕਿਹੜੀ ਵਿਧੀ ਆ ਉਹ, ਜਿੱਥੋਂ ਅਸੀਂ ਆਏ ਹਾਂ ਵਾਪਸੀ ਕਿਵੇਂ ਜਾਵਾਂਗੇ, ਉਹਦੇ ਬਾਰੇ ਕੋਈ ਨਹੀਂ ਗੱਲ ਕਰਦਾ। ਹੋਰ ਗੱਲਾਂ ਬਹੁਤ ਕਰਦੇ ਨੇ। ਮੋਸੋ ਕਹੂ ਨਾ ਕਹਿ ਸਮਝਾਏ, ਜਾਤੇ ਆਵਾ ਗਵਨ ਬਿਲਾਏ। ਜਿਹਤੇ ਆਪਣਾ ਆਉਣਾ ਜਾਣਾ ਮਿਟ ਜਾਵੇ, ਦੁੱਖਾਂ ਤੋਂ ਛੁਟਕਾਰਾ ਹੋ ਜੇ, ਭਵ ਸਾਗਰ 'ਚੋਂ ਆਤਮਾ ਨਿਕਲ ਕੇ ਸੁਖ ਸਾਗਰ ਚਲੀ ਜਾਵੇ, ਇਹਦਾ ਛੁਟਕਾਰਾ ਸਦੀਵੀ ਹੋ ਜਾਵੇ, ਇਹਨੂੰ ਸਦੀਵੀ ਜੀਵਨ ਮਿਲ ਜਾਵੇ। ਬਾਣੀ ਸਾਨੂੰ ਸਦੀਵੀ ਜੀਵਨ ਦਿੰਦੀ ਹੈ। ਦਰਸ਼ਨ ਪ੍ਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਗੁਰੂ ਦਾ ਦਰਸ਼ਨ ਕਰਨਾ ਹੈ ਆਪਾਂ, ਹੁਕਮ ਦਾ ਨਾਮ, ਉਹੀ ਤਾਂ ਨਾਮ ਹੈ ਭਾਈ। ਸ੍ਰਿਸ਼ਟੀ ਦਾ ਪ੍ਰਤਪਾਲਕ, ਸਰਬ ਵਿਆਪੀ, ਪਰ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਅਸੀਂ ਉਹਦਾ ਦਰਸ਼ਨ ਕਰ ਲਈਏ। ਮਨ ਬੁੱਧੀ ਜਦੋਂ ਮਾਇਆ ਦਾ ਤਿਆਗ ਕਰਦੇ ਨੇ, ਅੰਤਰਾਤਮਾ ਦੇ ਵਿੱਚ ਲੈ ਹੁੰਦੇ ਨੇ ਸਤਿਗੁਰ ਦੇ ਵਿੱਚ, ਫਿਰ ਇੱਕ ਹੋਣ ਤੋਂ ਬਾਅਦ ਫਿਰ ਸਾਨੂੰ ਉਹਦਾ ਦਰਸ਼ਨ ਹੁੰਦਾ ਵਾ। ਉਵੇਂ ਵਾਪਸੀ ਆਪਾਂ ਜਾਣਾ ਜਿਵੇਂ ਆਏ ਹਾਂ। ਜੇ ਆਪਾਂ ਨੂੰ ਆਉਣ ਦਾ ਗਿਆਨ ਹੋਊ ਫੇਰ ਹੀ ਵਾਪਸੀ ਜਾਵਾਂਗੇ। ਉਹੀ ਤਾਂ ਬਾਣੀ ਕਰਾਉਂਦੀ ਆ ਆਪਾਂ ਨੂੰ, ਜੈ ਜੁਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਣੀ ਮਾਇਆ। ਕਲਯੁਗ ਆ ਗਿਆ, ਸਤਿਗੁਰ ਸਮਝਾਉਂਦੇ ਨੇ ਇੱਥੇ ਆਧਾਰ ਕੀ ਆ? ਹੁਣ ਨਾਮ। ਰਹਿਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਕੇਵਲ ਕਲਮੇ ਗੁਣ ਗੋਬਿੰਦ ਗਾਏ। ਇਹ ਪੁੰਨ, ਇਹੀ ਸਭ ਤੋਂ ਵੱਡਾ ਪੁੰਨ ਹੈ। ਉਹਦਾ ਜਸ ਕਰਨਾ ਹੈ, ਕਿਉਂਕਿ ਜਿਸ ਕਾ ਦਿੱਤਾ ਖਾਵਣਾ ਤਿਸ ਕਹੀਏ ਸਾਵਾ। ਆਸਾ ਕੀ ਵਾ, ਸਤਿਗੁਰਾਂ ਨੇ ਸਮਝਾਇਆ ਜੀ, ਇਹ ਦਿੱਤਾ ਖਾਂਦੇ ਆ ਭਾਈ, ਉਹਦਾ ਜਸ ਕਰਨਾ ਚਾਹੀਦਾ ਹੈ। ਉਹੀ ਬਾਣੀ ਸਾਨੂੰ ਸਮਝਾਉਂਦੀ ਹੈ। ਰਹਾਓ ਬਹੁ ਵਿਦ ਧਰਮ ਨਿਰੂਪੀਏ, ਕਰਤਾ ਦੀਸੇ ਸਭ ਲੋਏ। ਕਹਿੰਦੇ ਨੇ ਸਾਰੇ, ਜ਼ੁਬਾਨੀ ਕਲਾਮੀ ਕਹਿੰਦੇ ਨੇ, ਇੱਕ ਵਾ ਸਾਰਿਆਂ ਦੀ ਪਾਲਣਾ ਕਰਦਾ ਹੈ। ਫਿਰ ਵਿਰੋਧ ਕਿਉਂ ਹੈ ਭਾਈ? ਵਿਰੋਧ ਤਾਂ ਵਾ, ਅਸੀਂ ਧਰਮ ਦੀਆਂ ਇੰਨੀਆਂ ਵਿਧੀਆਂ ਬਣਾ ਲਈਆਂ। ਪਿੱਛੇ ਆਪਾਂ ਸਮਝਿਆ ਜਪਜੀ ਸਾਹਿਬ ਦੇ ਵਿੱਚ ਅਸੰਖ ਜਪ, ਇੰਨੀਆਂ ਵਿਧੀਆਂ ਬਣਾ ਲਈਆਂ। ਫਿਰ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਗੁਰੂ ਨੂੰ ਛੱਡ ਕੇ ਅਸੀਂ ਕਿੰਨੇ ਰਾਹ ਬਣਾ ਲਏ। ਫਿਰ ਉਹ 'ਚ ਕੀ ਮਿਲਣਾ ਸੀ? ਸਿਆਣਪ ਜਦੋਂ ਕਾਲ ਆ, ਫਿਰ ਇੱਕ ਨਹੀਂ ਚੱਲਦੀ ਭਾਈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਜਦੋਂ ਕਾਲ ਆਉਂਦਾ ਫਿਰ ਸਿਆਣਪ ਇੱਕ ਨਹੀਂ ਚੱਲਦੀ। ਇਹੀ ਤਾਂ ਗੁਰੂ ਸਾਹਿਬ ਸਮਝਾ ਰਹੇ ਨੇ। ਆਪਾਂ ਗੁਰ ਕੇ ਚਰਨ ਬਾਣੀ ਦੇ ਪਿੱਛੇ ਚੱਲਣਾ, ਜੋ ਭਗਤ ਜੀ ਆਪਾਂ ਨੂੰ ਸਮਝਾ ਰਹੇ। ਫਿਰ ਕਿਤੇ ਉਹਦੀ ਕਿਰਪਾ ਰਹਿਮਤ ਹੋਣੀ ਹੈ, ਫਿਰ ਸਾਨੂੰ ਇਹ ਖੇਲ ਦੀ ਸਮਝ ਆਉਣੀ ਹੈ ਸਤਿਯੁਗ ਕੀ ਹੁੰਦਾ ਹੈ। ਬਹੁ ਵਿਦ ਧਰਮ ਨਿਰੂਪੀਏ, ਕਰਤਾ ਦੀਸੇ ਸਭ ਲੋਏ। ਕਬਨ ਕਰਮ ਤੇ ਛੂਟੀਏ, ਜਹ ਸਾਧੇ ਸਭ ਸਿੱਧੀ ਹੋਏ। ਸਿੱਧੀ ਹੋਣੀ ਹੈ, ਬੁੱਧ ਬਦਲੀ ਸਿੱਧ ਭਾਈ। ਇਹੀ ਕਰਮ ਹੈ ਭਾਈ, ਉਹਦੇ ਗੁਣ ਗਾਉਣੇ, ਭਾਣੇ 'ਚ ਰਹਿਣਾ। ਇਹ ਗੁਰਮਤਿ ਹੈ, ਗਿਆਨੀਆਂ ਦਾ ਮਾਰਗ ਹੈ। ਗਿਆਨ ਆਪਾਂ ਲੈਣਾ ਹੈ। ਮੰਮਾ ਮਨਸਿਓ ਕਾਜ ਹੈ, ਮਨ ਸਾਧੇ ਸਿੱਧ ਹੋਈ। ਮਨ ਨੂੰ ਸਾਧਣਾ ਹੈ, ਮਨ ਸਾਧਨ ਦੀ ਵਿਧੀ ਹੈ ਭਾਈ। ਮਨ ਵਸਾਵੇ ਨਾਨਕਾ, ਜੀ ਪੂਰਨ ਕਿਰਪਾ ਹੋਈ। ਕਿਰਪਾ ਲੈਣੀ ਕੁਦਰਤ ਦੀ। ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਕਰਮ ਅਕਰਮ ਵਿਚਾਰੀਏ, ਸ਼ੰਕਾ ਸੁਨ ਵੇਦ ਪੁਰਾਨ। ਜਿੰਨੇ ਆਪਾਂ ਪਿੱਛੇ ਸਰੀਰ ਕਰਕੇ ਧਰਮ ਕਰਮ ਕੀਤੇ, ਉਹ 'ਚੋਂ ਕੀ ਭਰਮ ਪੈਦਾ ਹੁੰਦਾ, ਸ਼ੰਕਾ ਪੈਦਾ ਹੁੰਦੀ ਹੈ। ਪੁਰਾਣ ਗਿਆਨ ਪੜ੍ਹ ਕੇ, ਵੇਦ ਤੋਂ ਭਾਵ ਗਿਆਨ, ਪੁਰਾਣ ਗਿਆਨ ਪੜ੍ਹ ਸੁਣਨ ਨਾਲ ਸਾਡੇ ਅੰਦਰ ਭਰਮ ਪੈਦਾ ਹੋ ਜਾਂਦਾ। ਉਹਦੇ ਵਿੱਚ ਅਨੇਕਾਂ ਵਿਧੀਆਂ ਦੱਸੀਆਂ ਗਈਆਂ ਨੇ, ਉਹ ਫਿਰ ਆਪਾਂ ਕਰਦੇ ਹਾਂ। ਉਹ 'ਚੋਂ ਭਰਮ ਵਧੀ ਜਾਂਦਾ, ਹਨੇਰਾ ਵਧੀ ਜਾਂਦਾ। ਗੁਰਬਾਣੀ ਇਸ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਇੱਕ ਲਾਈਟ ਹੈ, ਪ੍ਰਕਾਸ਼ ਹੈ। ਜਿਹੜੇ ਇਹਦੀ ਵਿਚਾਰਧਾਰਾ ਨਾਲ ਜੁੜਦੇ ਆ, ਉਹਨਾਂ ਦੇ ਅੰਦਰ ਇਹ ਜੋਤ ਪ੍ਰਗਟ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ। ਬਾਬਾ ਫਰੀਦ ਜੀ ਦੇ ਆਪਾਂ ਸਲੋਕ ਪਿੱਛੇ ਵਿਚਾਰੇ ਸੀ, ਇਹ ਕਿਵੇਂ ਪ੍ਰਗਟ ਹੁੰਦੀ ਹੈ? ਇਹ ਜਿਹੜਾ ਸ਼ੰਕਾ ਵਾ ਸਾਡੇ ਅੰਦਰ, ਭਰਮ ਆ, ਕਿਵੇਂ ਜਾਂਦਾ ਹੈ? ਕਵਣ ਅਖਰ, ਉਹਨੂੰ ਵਿਚਾਰਨਾ। ਅਖਰ ਕੀ ਹੈ? ਸੱਚ, ਹਮੇਸ਼ਾ ਰਹਿਣ ਵਾਲਾ। ਸ੍ਰਿਸ਼ਟੀ ਕੀ ਹੈ? ਖਰ, ਜੋ ਉਪਜੂ ਸਭ ਇੰਸਾ ਹੈ, ਪਰੋ ਆਜ ਕੇ ਕਾਲ। ਬਾਬਾ ਫਰੀਦ ਸਮਝਾਉਂਦੇ, ਕਵਣ ਸੋ ਅਖਰ, ਕਵਣ ਗੁਣ, ਕਵਣ ਸੁਮਣੀਆਂ ਮਤ। ਇਸ ਲੋਕ 'ਚ ਬਾਬਾ ਫਰੀਦ ਜੀ ਕੀ ਸਮਝਾਉਂਦੇ ਨੇ?
ਵੀ ਉਹ ਕੀ ਹੈ ਸੱਚ, ਉਹ ਕਿਹੜੇ ਗੁਣ ਨੇ ਜਿਹਦੇ ਧਾਰਨ ਨਾਲ ਆਤਮਾ ਦਾ ਪ੍ਰਾਤਮਾ ਨਾਲ ਮੇਲ ਹੋ ਜਾਂਦਾ ਹੈ, ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ ਹੈ। ਕਵਣ ਸੁਮਣੀਆਂ ਮੰਤ, ਇਹੀ ਤਾਂ ਹੈ ਰਤਨ ਜਵਾਹਰ ਵਾਲੀ ਮਾਣਕ ਭਾਈ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਮਤ ਮੇ ਰਤਨ ਜਵਾਹਰ ਮਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ ਗੁਰ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹੀ ਤਾਂ ਹੈਗੀ ਭਾਈ, ਜੇ ਆਪਾਂ ਸੁਣਾਂਗੇ ਇਹੀ ਤਾਂ ਹੈ। ਗੰਗਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਭਗਤ ਕਬੀਰ ਜੀ ਸਮਝਾਉਂਦੇ ਆ। ਜਦੋਂ ਗੁਰ ਸ਼ਬਦ ਦਾ ਗਿਆਨ, ਗੰਗਾ ਦਾ ਗਿਆਨ ਇਹ ਆਉਂਦਾ ਹੈ, ਮਨ ਬੁੱਧੀ ਇਹ ਅੰਮ੍ਰਿਤ ਜਲ ਪੀ ਕੇ ਮੋਹ ਮਾਇਆ ਦਾ ਤਿਆਗ ਕਰਕੇ ਆਪਦੇ ਘਰ ਚਲੇ ਜਾਂਦੇ। ਸੰਸਾਰੀ ਜਿਹੜੇ ਇਹਦੇ ਮਾਇਆ ਦੇ ਬੰਧਨ ਪੈ ਗਏ ਸੀ, ਰਿਸ਼ਤੇ, ਉਹ ਟੁੱਟ ਜਾਂਦੇ ਨੇ, ਛੁੱਟ ਜਾਂਦੀ ਹੈ ਜੀਵ ਆਤਮਾ। ਕਰਮ ਅਕਰਮ ਵਿਚਾਰੀਏ ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦੇ ਬਸੇ ਕੌਣ ਹਿਰੇ ਬਿਮਾਨ। ਇਹਨਾਂ 'ਚੋਂ ਮੱਤਾਂ ਦੇ ਵਿੱਚੋਂ ਕੀ ਸ਼ੰਕਾ ਵੱਧਦੀ ਚਲੀ ਜਾਂਦੀ ਹੈ। ਕੌਣ ਹਿਰੇ ਅਭਿਮਾਨ, ਕਿਹੜੀ ਮੱਤ ਹੈ ਉਹ। ਬਾਬਾ ਫਰੀਦ ਜੀ ਨੇ ਆਪਾਂ ਨੂੰ ਸਮਝਾਇਆ, ਕਵਣ ਸੋ ਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਅਗਲੇ ਸਲੋਕ 'ਚ ਕੀ ਸਮਝਾਉਂਦੇ ਬਾਬਾ ਫਰੀਦ ਜੀ, ਨਿਵਣ ਸੋ ਅਖਰ, ਜਿਹੜੇ ਗੁਰਮਤਿ ਨੂੰ ਵਿਚਾਰਧਾਰਾ ਨਾਲ ਜੁੜ ਕੇ ਇਹ ਗਿਆਨ ਲੈ ਕੇ ਨੀਵੇਂ ਹੋ ਜਾਂਦੇ ਨੇ, ਖਵਣ ਗੁਣ ਉਹ ਸਮਾ ਜਾਂਦੇ ਨੇ। ਜੇਬਾਂ ਮਣੀਆਂ ਮੰਤ, ਜੇਬਾਂ ਤੋਂ ਭਾਵ ਬੁੱਧੀ ਦੀ ਉਹਨਾਂ ਦੀ ਇਹ ਮੱਤ ਪ੍ਰਗਟ ਹੁੰਦੀ ਹੈ ਗੰਗਾ, ਇਹ ਆਪਾਂ ਪ੍ਰਾਪਤ ਕਰਨੀ ਹੈ ਭਾਈ, ਤਾਂ ਇਹ ਆਪਣਾ ਜਿਹੜਾ ਭਰਮ ਜਾਊਗਾ। ਬਾਹਰ ਉਦਕ ਪੁਖਾਰੀਏ ਘਟ ਭੀਤਰ ਵਿਵਿਧ ਵਿਕਾਰ, ਸੁਧ ਕਵਨ ਪਰ ਹੋਏ ਬੋ ਸੁਚ ਕੂਚਰ ਵਿਹਾਰ। ਸਾਡੀ ਵਿਧੀ ਕਿਹੜੀ ਹੈ, ਕੂਚਰ ਹਾਥੀ ਵਾਲੀ। ਤੀਰਥ ਵਰਤ ਔਰ ਦਾਨ ਕਰ ਮਨ ਮੇ ਧਰੇ ਗੁਮਾਨ, ਸਭ ਨਿਫਲ ਜਾਤ ਹੈ ਜਿਉ ਕੂਚਰ ਇਸਨਾਨ। ਜਿਵੇਂ ਤੀਰਥਾਂ 'ਤੇ ਜਾ ਕੇ ਦਾਨ ਪੁੰਨ ਕਰਦੇ ਹਾਂ ਅਸੀਂ, ਉਹ ਕੀ ਅਹੰਕਾਰ ਵਧੀ ਜਾਂਦਾ ਉਹ 'ਚੋਂ। ਹਾਥੀ ਨੂੰ ਨਵਾ ਦਈਏ, ਉਹ ਪਾਣੀ 'ਚ ਮਿੱਟੀ 'ਚ ਲਿਬੜਦਾ ਵਾ, ਇਹ ਮਨ ਦਾ ਸੁਭਾਅ ਆ। ਮਾਇਆ ਹੋਰ ਮੰਗੀ ਜਾਂਦਾ ਹੈ, ਮਾਇਆ ਸਾਡੇ ਮੰਗਣ ਨਾ ਆਉਂਦੀ ਹੈ ਭਾਈ। ਜੇ ਸਾਡੇ ਮੰਗਣ ਨਾ ਆਉਂਦੀ ਤਾਂ ਫਿਰ ਕੰਮ ਕਾਰ ਕਰਨ ਦੀ ਲੋੜ ਹੀ ਨਹੀਂ ਹੈਗੀ ਆਪਾਂ ਨੂੰ। ਉਹੀ ਤਾਂ ਵਿਧੀ ਹੈ, ਸਮਝਾਉਂਦੇ ਆ ਸਤਿਗੁਰ ਭਾਈ, ਵੀ ਜਿਹੜਾ ਤੂੰ ਕੰਮ ਕਰਨ ਆਇਆ ਉਹ ਕਰ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਦੀ ਪ੍ਰਾਪਤੀ ਖਤਮ ਮਨੁੱਖਾ ਦੇ ਹੀ ਮਿਲੀ ਹੈ। ਜਿਹੜੇ ਸੰਸਾਰੀ ਕੰਮ ਕਰਦੇ ਆ ਉਹ ਸਰੀਰ ਕਰਕੇ, ਉਹ ਵੀ ਉਹਦੀ ਕਿਰਪਾ ਹੈ। ਜਿਸ ਧਨ ਕੋ ਚਾਰ ਕੋ ਟੁੱਟਤਾ ਆਵੇ, ਸੋ ਧਨ ਹਰ ਸੇਵਾ ਤੇ ਭਾਵੇਂ। ਜਿਹੜਾ ਸੰਸਾਰੀ ਧਨ ਵੀ ਸਾਨੂੰ ਮਿਲਦਾ, ਉਹ ਵੀ ਉਹਦੀ ਕਿਰਪਾ ਹੈ, ਉਹ ਸਾਡੀ ਮਤ ਨਾਲ ਥੋੜ੍ਹੀ ਮਿਲਦਾ ਵਾ, ਉਹ ਵੀ ਦਾਤੇ ਦੀ ਕਿਰਪਾ, ਨਾਮ ਵੀ ਉਹਦੀ ਕਿਰਪਾ। ਇਹ ਕਿਰਪਾ ਲੈਣੀ ਆਪਾਂ। ਸਤਿਗੁਰ ਸਮਝਾਉਂਦੇ ਨੇ, ਬਾਹਰ ਉਦਕ ਪੁਖਾਰੀਏ ਘਟ ਭੀਤਰ ਵਿਵਿਧ ਵਿਕਾਰ, ਸੁਧ ਕਵਨ ਪਰ ਹੋਏ ਬੋ ਸੁਚ ਕੂਚਰ ਵਿਦਿਹਾਰ। ਇਹ ਵਿਧੀ ਨਾਲ ਆਪਾਂ ਜੁੜੇ ਹਾਂ, ਹੰਕਾਰ ਵੱਧਦਾ ਚਲੇ ਜਾਂਦਾ। ਤੀਰਥ ਵਰਤ ਔਰ ਦਾਨ ਕਰ, ਅਨਕ ਤਪੱਸਿਆ ਕਰੇ ਹੰਕਾਰ। ਸਾਰੀਆਂ ਸਰੀਰਕ ਭਗਤੀਆਂ 'ਚ ਕੀ ਮਿਲਦਾ, ਹੰਕਾਰ। ਜੇ ਆਪਾਂ ਗੁਰ ਕੇ ਚਰਨ ਬਾਣੀ ਨਾਲ ਜੁੜਦੇ ਹਾਂ, 'ਚੋਂ ਕੀ ਮਿਲਦਾ ਆਪਾਂ ਨੂੰ, ਗਿਆਨ। ਹੰਕਾਰ ਆਪਣਾ ਘਟ ਜਾਂਦਾ ਹੈ। ਆਤਮਾ ਭਾਵ ਮਨ ਬੁੱਧੀ ਸੂਝਵਾਨ ਹੋ ਕੇ ਗਿਆਨ ਲੈ ਕੇ, ਅਕਲ ਲੈ ਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਆ, ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ। ਇੱਥੇ ਭਗਤ ਜੀ ਨੇ ਆਪਾਂ ਨੂੰ ਯੁੱਗਾਂ ਬਾਰੇ ਸਮਝਾਇਆ, ਕਿਵੇਂ ਕਿਵੇਂ ਪ੍ਰਾਪਤੀ ਹੋਣੀ ਆ। ਫਿਰ ਅਗਲਾ ਭਾਗ ਆਪਾਂ ਦੂਏ ਹਿੱਸੇ 'ਚ ਲਵਾਂਗੇ। ਉੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ, ਕਿਵੇਂ ਆਪਾਂ ਅਪਣਾਉਣੀ ਹੈ, ਉਹਦੇ ਨਾਲ ਆਪਾਂ ਨੂੰ ਕੀ ਹੋਊਗਾ। ਇਹ ਸਾਰੀ ਵਿਧੀ ਨੂੰ ਆਪਾਂ ਸਮਝਣਾ। ਇਹ ਵਿਧੀ ਹੈ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਵਿਧੀ ਹੈ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਆਪਾਂ ਨੂੰ ਸਮਝ ਨਹੀਂ ਆਉਣੀ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਜੋ ਭਗਤ ਜੀ ਨੇ ਆਪਾਂ ਨੂੰ ਸਮਝਾਇਆ ਯੁੱਗਾਂ ਬਾਰੇ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।